ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਉੱਤੇ, ਕਿਉਂਕਿ ਅੱਜ ਵਿਸ਼ਵ ਭਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਬਲਕਾਰ ਸਿੰਘ ਜੀ ਅਜਨਾਲਾ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ ਗੱਲਬਾਤ ਜਿਹੜੀ ਆ ਉਹ ਕਰਾਂਗੇ। ਅਤੇ ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਇਹ ਆ ਕਿ ਉਹਨਾਂ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ? ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੈ। ਆਮ ਸੁਭਾਵਕ ਆਪਾਂ ਆਖਦੇ ਹਾਂ ਜੀ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜੀਵਨ ਬੜਾ ਮਹਾਨ ਹੈ ਜੀ। ਉਹਨਾਂ ਦਾ ਮੁਬਾਰਕ ਪ੍ਰਕਾਸ਼ ਜਿਹੜਾ ਹੈ ਉਹ 15 ਅਪ੍ਰੈਲ ਅਤੇ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੁੰਦਾ ਹੈ। ਜੀ। ਪਿਤਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹੈ, ਮਾਤਾ ਬੀਬੀ ਭਾਨੀ ਜੀ ਹੈ। ਜੀ। ਸੋ ਅਗਲੀ ਗੱਲ ਕਰੀਏ ਤਾਂ ਉਹਨਾਂ ਦਾ ਬਚਪਨ ਜਿਹੜਾ ਆ ਉਹ ਕਿਵੇਂ ਬੀਤਿਆ ਅਤੇ ਕਿਹਨਾਂ ਦੀ ਰਹਿਨੁਮਾਈ ਦੇ ਹੇਠ ਉਹਨਾਂ ਨੇ ਵਿੱਦਿਆ ਜਿਹੜੀ ਆ ਉਹ ਪ੍ਰਾਪਤ ਕੀਤੀ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਪਨ ਉਹਨਾਂ ਦੇ ਸਤਿਕਾਰਯੋਗ ਨਾਨਾ ਜੀ ਜੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਖ ਰੇਖ ਹੇਠ ਦੇ ਬਤੀਤ ਹੁੰਦਾ ਹੈ। ਜੀ। ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸ਼ੁਭਾਇਮਾਨ ਸੀ। ਜੀ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਖੇਡਦੇ, ਉਹਨਾਂ ਦੀ ਅੱਖਾਂ ਦੇ ਸਾਹਮਣੇ ਤੁਰੇ ਫਿਰਦੇ, ਬਹੁਤ ਸਾਰੀਆਂ ਘਟਨਾਵਾਂ ਵੀ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈ। ਜੀ। ਜਦੋਂ ਇੱਕ ਦਿਨ ਰਿੜ੍ਹਦੇ ਜਾ ਕੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੰਘਾਸਨ ਨੂੰ ਹੱਥ ਪਾ ਲਿਆ। ਜੀ। ਜਦੋਂ ਉਹ ਸਿੰਘਾਸਨ ਦੀਆਂ ਚਾਦਰਾਂ ਉੱਪਰ ਜਿਹੜੀਆਂ ਵਿਛੀਆਂ ਨੇ ਖਿੱਚੀਆਂ ਗਈਆਂ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਕੌਣ ਹੈ? ਤੇ ਸੁਭਾਵਕ ਹੀ ਮਗਰੋਂ ਬੀਬੀ ਭਾਨੀ ਜੀ ਨੇ ਕਿਹਾ ਵੀ ਤੁਹਾਡਾ ਦੋਹਤਾ। ਜੀ। ਬੜੇ ਪਿਆਰ ਨਾਲ ਚੁੱਕ ਕੇ ਗੋਦ ਵਿੱਚ ਬਿਠਾ ਕੇ ਕਹਿਣ ਲੱਗੇ ਦੋਹਤਾ ਬਾਣੀ ਕਾ ਬੋਹਿਤਾ, ਇਹ ਬਾਣੀ ਦਾ ਜਹਾਜ਼ ਹੋਏਗਾ। ਜੀ। ਕਹਿੰਦੇ ਵੀ ਇੱਕ ਦਿਨ ਪ੍ਰਸ਼ਾਦਾ ਛਕ ਰਹੇ ਸੀ ਤੇ ਬਾਲ ਗੁਰੂ ਅਰਜਨ ਸਾਹਿਬ ਰਿੜ੍ਹਦੇ ਗਏ ਤੇ ਉਹਨਾਂ ਦੀ ਥਾਲੀ ਨੂੰ ਹੱਥ ਪਾ ਲਿਆ, ਥਾਲ ਜਿਹਦੇ ਵਿੱਚ ਪ੍ਰਸ਼ਾਦਾ ਛਕ ਰਹੇ ਸੀ। ਔਰ ਉਦੋਂ ਵੀ ਬੜੇ ਖੁਸ਼ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਗੋਦ 'ਚ ਬਿਠਾ ਕੇ ਕਿਹਾ ਵੀ ਠਹਿਰ ਥਾਲੀ ਦੇ ਮਾਲਕਾ, ਇਹ ਥਾਲ ਦਾ ਮਾਲਕ ਤੂੰ ਹੀ ਬਣਨਾ ਹੈ। ਜੀ। ਪਰ ਅਜੇ ਸਮਾਂ ਨਹੀਂ ਆਇਆ। ਜੀ। ਉਹ ਜਿਹੜੇ ਇਸ਼ਾਰੇ ਗੁਰੂ ਅਮਰਦਾਸ ਮਹਾਰਾਜ ਕਰ ਰਹੇ ਸੀ ਉਹ ਜਾਣੀ ਜਾਣ ਸੀ। ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਕਿਹੜੇ ਮਹਾਨ ਕਾਰਜ ਕਰਨੇ ਆ। ਜੀ ਜੀ। ਫਿਰ ਉਹਨਾਂ ਦੀ ਦੇਖ ਰੇਖ ਹੇਠ ਉਹਨਾਂ ਨੂੰ ਵਿੱਦਿਆ ਜਿਹੜੀ ਉਹ ਦਿੱਤੀ ਜਾਂਦੀ ਹੈ। ਉਹਨਾਂ ਨੂੰ ਗੁਰਮੁਖੀ, ਹਿੰਦੀ, ਸੰਸਕ੍ਰਿਤ ਔਰ ਦੇਵਨਾਗਰੀ ਕਹਿੰਦੇ ਆ ਕਿ ਬਾਬਾ ਮੋਰੀ ਜੀ ਨੇ ਵੀ ਉਹਨਾਂ ਨੂੰ ਜਿਹੜੀ ਬਹੁਤ ਸਾਰੀ ਵਿੱਦਿਆ ਜਿਹੜੀ ਉਹ ਮੁਹੱਈਆ ਕਰਵਾਈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਗਰਾਨੀ ਹੇਠ ਉਹਨਾਂ ਦਾ ਜੀਵਨ ਬਤੀਤ ਹੋਇਆ ਔਰ ਉਹਨਾਂ ਦੇ ਸਤਿਕਾਰਯੋਗ ਮਾਮੇ ਜੀ ਜਿਹੜੇ ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਔਰ ਹੋਰ ਗੁਰੂ ਕੇ ਸਿੱਖਾਂ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਵਿੱਦਿਆ ਪੜ੍ਹਾਈ। ਜੀ। ਸੋ ਭਾਈ ਸਾਹਿਬ ਜੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਪੁੱਤਰਾਂ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਹੜੀ ਗੁਰਿਆਈ ਆ ਉਹ ਪ੍ਰਾਪਤ ਹੋਈ। ਦੂਸਰਿਆਂ ਦੇ ਨਾਲੋਂ ਕੀ ਵਿਭਿੰਨਤਾ ਸੀਗੀ, ਕਿਵੇਂ ਅਲੱਗ ਸਨ? ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਪੁੱਤਰ ਹੈ ਜੀ। ਸਾਰਿਆਂ ਤੋਂ ਵੱਡੇ ਹੈ ਬਾਬਾ ਪ੍ਰਿਥੀ ਚੰਦ ਜੀ। ਜੀ। ਬਾਬਾ ਪ੍ਰਿਥੀ ਚੰਦ ਜੀ ਬੜਾ ਯੋਗ ਪ੍ਰਬੰਧ ਕਰਦੇ ਸੀ, ਪ੍ਰਬੰਧਕ ਬਹੁਤ ਵਧੀਆ ਸੀ। ਜੀ। ਪਰ ਮਨ ਅੰਦਰ ਇੱਕ ਐਸੀ ਖਾਸ ਸੀ ਕਿ ਮੈਂ ਆਪਣੇ ਗੁਰੂ ਪਿਤਾ ਤੋਂ ਬਾਅਦ ਗੁਰਤਾ ਗੱਦੀ 'ਤੇ ਮੈਂ ਬੈਠਣਾ ਚਾਹੀਦਾ। ਮਨ ਅੰਦਰ ਲਾਲਚ ਸੀ। ਲਾਲਚ ਦੇ ਵਿੱਚੋਂ ਈਰਖਾ ਉਤਪੰਨ ਹੁੰਦੀ ਹੈ। ਫਿਰ ਉਹ ਬਾਕੀਆਂ ਦੇ ਨਾਲ ਈਰਖਾ ਕਰਨੀ ਸ਼ੁਰੂ ਕਰਤੀ ਵੀ ਮੈਂ ਗੁਰੂ ਪਿਤਾ ਦੇ ਨੇੜੇ ਰਵਾਂ, ਸ਼ਾਇਦ ਮੇਰੀ ਵਾਰੀ ਆ ਜੇ, ਮੈਂ ਗੁਰਤਾ ਗੱਦੀ 'ਤੇ ਬੈਠਾਂ। ਔਰ ਉਹਨਾਂ ਦੇ ਅੰਦਰ ਚਲਾਕੀ ਸੀ, ਬੇਈਮਾਨੀ ਵੀ ਸੀ। ਉਹ ਕਹਿੰਦੇ ਆ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਨੂੰ 2-3 ਵਾਰ ਸਮਝਾਇਆ ਵੀ। ਕਹਿੰਦੇ ਇੱਕ ਦਿਨ ਪੈਸੇ ਗਿਣ ਰਹੇ ਸੀ ਤੇ ਜਦੋਂ ਸਿੱਕੇ ਗਿਣੀਏ ਤੇ ਕਾਲਖ ਲੱਗ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਆ ਕੇ ਕਹਿਣ ਲੱਗੇ, ਕਹਿੰਦੇ ਪ੍ਰਿਥੀ ਚੰਦ, ਇਹ ਜਿਹੜੀ ਕਾਲਖ ਅੱਜ ਹੱਥਾਂ 'ਤੇ ਲੱਗੀ ਕਿਤੇ ਮਨ 'ਤੇ ਨਾ ਲੱਗ ਜੇ, ਮਾਇਆ ਦੀ ਕਾਲਖ ਹੈ। ਜੀ। ਔਰ ਕਹਿੰਦੇ ਵੀ ਗੁਰਤਾ ਗੱਦੀ ਨੂੰ ਲੈ ਕੇ ਉਹਨਾਂ ਨੇ ਝਗੜਾ ਵੀ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਬਚਨ ਵੀ ਕਹੇ ਗੁਰਬਾਣੀ ਵਿੱਚ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਜਿਹੜੇ ਵੱਡਿਆਂ ਨੇ, ਮਾਤਾ ਪਿਤਾ ਨੇ ਤੈਨੂੰ ਪੈਦਾ ਕੀਤਾ, ਵੱਡਾ ਕੀਤਾ, ਉਹਨਾਂ ਨਾਲ ਝਗੜਾ ਕਰਦਾ ਪਾਪ ਹੈ। ਔਰ ਬਾਬਾ ਪ੍ਰਿਥੀ ਚੰਦ ਇਸ ਕਰਕੇ ਆਪਣੀਆਂ ਚਲਾਕੀਆਂ ਦੇ ਕਰਕੇ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਾ ਚੜ੍ਹ ਸਕੇ। ਦੂਸਰੇ ਸੀ ਬਾਬਾ ਮਹਾਦੇਵ ਜੀ।
ਮਹਾਦੇਵ ਜੀ ਜਿਹੜੇ ਸਨ ਉਹ ਮਸਤ ਸੁਭਾਅ ਦੇ ਮਾਲਕ ਸੀ। ਉਹ ਕਹਿੰਦੇ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਸੰਸਾਰ ਤੋਂ ਉਪਰਾਮ ਹੋ ਗਿਆ, ਸੰਸਾਰ ਨਾਲ ਮੇਰਾ ਲੈਣਾ ਦੇਣਾ ਨਹੀਂ, ਸੰਸਾਰ ਤੋਂ ਵੱਖਰਾ ਹੋ ਗਿਆ, ਸੰਸਾਰ ਜਿਹੜਾ ਵਾ ਉਹ ਮਾਇਆ ਕਰਕੇ ਚੱਲਦਾ ਹੈ, ਇਹ ਰਿਸ਼ਤੇ ਜਿਹੜੇ ਆ ਕੂੜ ਹੈ, ਝੂਠ ਹੈ, ਇੱਦਾਂ ਕਰਕੇ ਕਹਿ ਕੇ ਤੇ ਉਹ ਸੰਸਾਰ ਤੋਂ ਵੱਖਰੇ ਹੋ ਗਏ ਜੀ। ਇਹ ਵੀ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਤੇ ਤੀਸਰੇ ਸੀ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਹਰ ਹੁਕਮ ਨੂੰ ਮੰਨਿਆ, ਸੱਤ ਕਰਕੇ ਮੰਨਿਆ, ਪ੍ਰੇਮ ਦੇ ਨਾਲ ਰਹੇ। ਗੁਰੂ ਰਾਮਦਾਸ ਮਹਾਰਾਜ ਨੂੰ ਪਿਤਾ ਕਰਕੇ ਨਹੀਂ, ਗੁਰੂ ਜਾਣ ਕੇ ਜਿਨ੍ਹਾਂ ਨੇ ਸੇਵਾ ਕੀਤੀ। ਔਰ ਫਿਰ ਜਦੋਂ ਪਰਖ ਦਾ ਸਮਾਂ ਆਇਆ, ਕਹਿੰਦੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੁਨੇਹਾ ਆਇਆ ਲਾਹੌਰ ਦੀ ਧਰਤੀ ਤੋਂ ਵੀ ਸਿਹਾਰੀ ਮਲ ਜੀ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਸੀ, ਸ਼ਰੀਕੇ ਬਰਾਦਰੀ ਦੇ ਵਿੱਚੋਂ ਸੀ, ਉਹਨਾਂ ਦੇ ਪੁੱਤਰ ਦਾ ਵਿਆਹ ਹੈ ਤੇ ਗੁਰੂ ਰਾਮਦਾਸ ਮਹਾਰਾਜ ਤੁਸੀਂ ਆਓ, ਜੇ ਤੁਸੀਂ ਆਓਗੇ ਤੇ ਸਾਡੀ ਹੋਰ ਵੀ ਸ਼ਾਨ ਬਣੇਗੀ। ਗੁਰੂ ਰਾਮਦਾਸ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕਾਰਜਾਂ ਦੇ ਵਿੱਚ ਲੱਗੇ ਹੋਏ ਸੀ ਜੀ, ਇਸ ਕਰਕੇ ਉਹ ਕਹਿੰਦੇ ਕਿ ਅਸੀਂ ਤੇ ਨਹੀਂ ਜਾ ਸਕਦੇ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਿਹਾ, ਸਾਰਿਆਂ ਤੋਂ ਪਹਿਲਾਂ ਵੱਡੇ ਪੁੱਤਰ ਨੂੰ ਕਿਹਾ, ਬਾਬਾ ਪ੍ਰਿਥੀ ਚੰਦ ਜੀ ਨੂੰ। ਬਾਬਾ ਪ੍ਰਿਥੀ ਚੰਦ ਨੂੰ ਕਿਹਾ ਵੀ ਤੁਸੀਂ ਜਾਓ ਲਾਹੌਰ ਦੀ ਧਰਤੀ ਤੇ ਵਿਆਹ ਸਮਾਗਮ ਵਿੱਚ ਖੁਸ਼ ਹੋ ਜਿਹੜਾ ਸ਼ਾਮਲ ਹੋਵੋ। ਬਾਬਾ ਪ੍ਰਿਥੀ ਚੰਦ ਨੇ ਦੇਖਿਆ ਮੈਂ ਚਲ ਗਿਆ ਤੇ ਮਗਰੋਂ ਮਾਇਆ ਦਾ ਕੀ ਬਣੇਗਾ, ਹੋ ਸਕਦਾ ਮੇਰੇ ਮਗਰੋਂ ਗੁਰਗੱਦੀ ਨਾ ਕਿਤੇ ਕਿਸੇ ਹੋਰ ਨੂੰ ਮਿਲ ਜੇ। ਉਹ ਕਹਿਣ ਲੱਗੇ ਨਹੀਂ ਮਹਾਰਾਜ ਜੀ, ਪ੍ਰਬੰਧ ਮੇਰੇ ਕਰਕੇ ਚੱਲਦਾ ਹੈ, ਮੈਂ ਹੀ ਤੇ ਚਲਾ ਰਿਹਾ, ਮੈਂ ਚਲ ਗਿਆ ਤੇ ਪ੍ਰਬੰਧ ਨਹੀਂ ਚੱਲਣਾ। ਗੁਰੂ ਸਾਹਿਬ ਜੀ ਨੇ ਬੜਾ ਸਮਝਾਇਆ ਕਿ ਪ੍ਰਿਥੀ ਚੰਦ, ਗੁਰੂ ਘਰ ਦੇ ਕੰਮ ਕਿਸੇ ਬੰਦੇ ਕਰਕੇ ਨਹੀਂ ਚੱਲਦੇ। ਪਰ ਉਹ ਨਾ ਮੰਨੇ, ਨਹੀਂ ਗਏ। ਫਿਰ ਸਤਿਗੁਰੂ ਸਾਹਿਬ ਜੀ ਨੇ ਮਹਾਦੇਵ ਜੀ ਨੂੰ ਕਿਹਾ। ਮਹਾਦੇਵ ਕਹਿਣ ਲੱਗੇ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ, ਪਿਤਾ ਜੀ ਇਹ ਲਾਹੌਰ ਵਾਲੇ ਉਦਣ ਕਿੱਥੇ ਸੀ ਜਿੱਦਣ ਤੁਸੀਂ ਗਲੀਆਂ 'ਚ ਰੁਲਦੇ ਫਿਰਦੇ ਹੋ, ਉਦਣ ਤੇ ਤੁਹਾਨੂੰ ਸਾਂਭਿਆ ਨਾ, ਅੱਜ ਤੁਸੀਂ ਗੁਰਤਾ ਗੱਦੀ ਤੇ ਬੈਠ ਗਏ, ਅੱਜ ਤੁਹਾਨੂੰ ਬੁਲਾ ਰਹੇ, ਮੈਂ ਨਹੀਂ ਜਾਣਾ। ਦੋਵੇਂ ਨਹੀਂ ਗਏ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਹੁਕਮ ਕੀਤਾ ਵੀ ਅਰਜਨ ਜੀ ਤੁਸੀਂ ਜਾਓ। ਔਰ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਿਹਾ, ਪਿਤਾ ਜੀ ਅੱਜ ਤੇ ਤੁਸੀਂ ਮੈਨੂੰ ਵਿਆਹ ਦੇ ਸਮਾਗਮ ਵਿੱਚ ਭੇਜ ਰਹੇ ਹੋ, ਜੇ ਤੁਸੀਂ ਮੈਨੂੰ ਸੀਸ ਦੇਣ ਵਾਸਤੇ ਵੀ ਲਾਹੌਰ ਭੇਜੋ ਤੇ ਮੈਂ ਤਾਂ ਵੀ ਕਦੇ ਇਨਕਾਰ ਨਹੀਂ ਕਰਾਂਗਾ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੁਰਨ ਲੱਗੇ ਤੇ ਗੁਰੂ ਰਾਮਦਾਸ ਜੀ ਨੇ ਅਗਲਾ ਬਚਨ ਵੀ ਕਿਹਾ, ਕਹਿਣ ਲੱਗੇ ਕਿ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ ਉਹਨਾਂ ਚਿਰ ਵਾਪਸ ਨਹੀਂ ਆਉਣਾ ਤੇ ਤੁਸੀਂ ਜਾਣਾ ਹੈ, ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਫਿਰ ਉੱਥੇ ਰਹਿ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਜਦੋਂ ਮਨ ਵਿੱਚ ਵਿਆਕੁਲਤਾ ਆਈ, ਦਰਸ਼ਨਾਂ ਦੀ ਤਾਂਘ ਪੈਦਾ ਹੋਈ, ਫਿਰ ਉਹਨਾਂ ਬੇਨਤੀ ਕੀਤੀ ਔਰ ਬੜੇ ਸਤਿਕਾਰ ਨਾਲ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਵਾਪਸ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਸੱਦ ਲਿਆ। ਇੱਦਾਂ ਕਰਕੇ ਬਾਕੀ ਜਿਹੜੇ ਪੁੱਤਰ ਸੀ ਉਹ ਹੁਕਮ ਨਹੀਂ ਮੰਨ ਸਕੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਥੇ ਹੁਕਮ ਮੰਨਿਆ ਉੱਥੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਸੇਵਾ ਕੀਤੀ। ਉਹ ਗੁਰੂ ਰਾਮਦਾਸ ਜੀ ਦੀ ਨਿਗਾਹ ਦੇ ਵਿੱਚ ਪ੍ਰਵਾਨ ਚੜ੍ਹ ਗਏ ਜੀ। ਸੋ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਜਿਹੜੀ ਆ ਉਹ ਕਦੋਂ ਹੁੰਦੀ ਹੈ? ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਫਿਰ ਉਹਨਾਂ ਨੇ ਜਾਣ ਲਿਆ ਕਿ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਜੀ, ਤੇ ਉਹਨਾਂ ਨੇ ਫਿਰ ਆਪਣੇ ਤੋਂ ਬਾਅਦ ਗੁਰਤਾ ਗੱਦੀ ਦਾ ਐਲਾਨ ਕਰ ਦਿੱਤਾ ਜੀ। ਐਲਾਨ ਕੀਤਾ ਕਿ ਸਾਡੇ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਉਹ ਗੁਰਤਾ ਗੱਦੀ ਦੇ ਵਾਰਸ ਹੋਣਗੇ ਜੀ। ਇਸ ਗੱਲ ਤੇ ਬਾਬਾ ਪ੍ਰਿਥੀ ਚੰਦ ਨੇ ਝਗੜਾ ਪਾਤਾ, ਰੌਲਾ ਪੈ ਗਿਆ। ਔਰ ਜਦੋਂ ਫਿਰ ਝਗੜਾ ਪੈਦਾ ਹੋ ਗਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਪੁੱਤਰ ਜੀ ਮੈਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੱਲ ਜਾ ਜੀ। ਮੈਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਨੇ ਬਹੁਤ ਕੁਝ ਦਿੱਤਾ ਹੈ, ਇੱਥੇ ਮੈਂ ਆਇਆ ਅਨਾਥ ਸੀ, ਕਿੱਥੇ ਗੁਰੂ ਬਣ ਗਿਆ। ਗੋਇੰਦਵਾਲ ਸਾਹਿਬ ਚਲੇ ਗਏ ਤੇ ਉੱਥੇ ਕੁਝ ਦਿਨ ਰਹਿਣ ਤੋਂ ਬਾਅਦ ਫਿਰ 1 ਸਤੰਬਰ ਸਨ 1581 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਜੀ। ਐਲਾਨ ਤਾਂ ਉਹਨਾਂ ਪਹਿਲਾਂ ਹੀ ਕਰਤਾ ਸੀ ਕਿ ਸਾਡੇ ਤੋਂ ਬਾਅਦ ਗੁਰਗੱਦੀ ਦੇ ਉੱਪਰ ਗੁਰੂ ਅਰਜਨ ਸਾਹਿਬ ਬੈਠਣਗੇ ਜੀ। ਬਾਬੇ ਪ੍ਰਿਥੀ ਚੰਦ ਨੇ ਬੜੀਆਂ ਕੁਝੀਆਂ ਚਾਲਾਂ ਚੱਲੀਆਂ, ਇੱਥੋਂ ਤੱਕ ਵੀ ਰੌਲਾ ਪਾਤਾ ਵੀ ਮੇਰੇ ਪਿਤਾ ਨੂੰ ਤੇ ਗੁਰੂ ਅਰਜਨ ਸਾਹਿਬ ਨੇ ਜ਼ਹਿਰ ਦੇ ਕੇ ਮਾਰਤਾ ਗੁਰਗੱਦੀ ਵਾਸਤੇ। ਪਰ ਸਿੱਖ ਸੰਗਤਾਂ ਨੇ ਉਹਦੀ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ। ਜਦੋਂ ਫਿਰ ਉਹਨਾਂ ਦਾ ਜਿੱਦਾਂ ਆਪਾਂ ਅੰਤਿਮ ਅਰਦਾਸ ਕਰਦੇ ਆ ਨਾ, ਪਾਠ ਦਾ ਭੋਗ ਪੈਂਦਾ, ਜਦੋਂ ਉਹ ਦਿਨ ਸੀ ਫਿਰ ਤੇ ਉਦੋਂ ਸਾਰੀਆਂ ਸੰਗਤਾਂ ਜਿਹੜੀਆਂ ਗੋਇੰਦਵਾਲ ਸਾਹਿਬ ਤੇ ਧਰਤੀ ਤੇ ਇਕੱਠੀਆਂ ਹੁੰਦੀਆਂ। ਬਾਬਾ ਬੁੱਢਾ ਸਾਹਿਬ ਜੀ ਬਹੁਤ ਸਿਆਣੇ ਸੀ ਜੀ, 2 ਦਸਤਾਰਾਂ ਲੈ ਕੇ ਆਏ ਜੀ। ਜਿਹੜੀ ਇੱਕ ਦਸਤਾਰ ਸੀ ਗੁਰਤਾ ਗੱਦੀ ਦੀ ਦਸਤਾਰ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੰਨੀ ਗਈ ਜੀ। ਜਿਹੜੀ ਦਸਤਾਰ ਪਿਤਾ ਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਵੱਡੇ ਪੁੱਤਰ ਨੂੰ ਵੱਜਦੀ ਹੈ ਨਾ ਜ਼ਿੰਮੇਵਾਰੀ ਦੀ ਦਸਤਾਰ, ਉਹ ਦਸਤਾਰ ਬਾਬਾ ਪ੍ਰਿਥੀ ਚੰਦ ਜੀ ਨੂੰ ਬੰਨ੍ਹ ਦਿੱਤੀ ਗਈ ਜੀ।
ਪਰ ਫਿਰ ਵੀ ਬਾਬੇ ਪ੍ਰਿਥੀ ਚੰਦ ਨੇ ਇਸ ਗੱਲ ਤੇ ਝਗੜਾ ਖੜਾ ਕੀਤਾ ਵੀ ਮੈਨੂੰ ਦੋਵੇਂ ਦਸਤਾਰਾਂ ਚਾਹੀਦੀਆਂ। ਗੁਰੂ ਅਰਜਨ ਸਾਹਿਬ ਸ਼ਾਂਤ ਚਿੱਤ ਬੈਠੇ ਰਹੇ, ਕਹਿਣ ਲੱਗੇ ਬਾਬਾ ਜੀ ਦੋਵੇਂ ਹੀ ਦੇ ਦਿਓ, ਅਸੀਂ ਕੀ ਕਰਨੀ ਹੈ, ਨਾਲੇ ਦਸਤਾਰਾਂ ਕਰਕੇ ਗੁਰੂ ਥੋੜ੍ਹੀ ਬਣਿਆ ਜਾਂਦਾ ਹੈ। ਉਹਨਾਂ ਦੀ ਨਿਮਰਤਾ ਵੇਖ ਕੇ ਸਿੱਖ ਸੰਗਤਾਂ ਦੀਆਂ ਅੱਖਾਂ 'ਚੋਂ ਨੀਰ ਵਹਿ ਰਿਹਾ ਸੀ। ਇਸੇ ਸਮੇਂ ਦੌਰਾਨ ਹੀ ਜਿਹੜੇ ਭੱਟ ਹੈ ਉਹ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਆਏ ਸੀ। ਉਹਨਾਂ ਨਿਮਰਤਾ ਵੇਖ ਕੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਹਾ, ਭੰਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ, ਸਾਨੂੰ ਤੁਹਾਡੇ 'ਚੋਂ ਰੱਬ ਨਜ਼ਰ ਆਉਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਿਰ ਇੱਦਾਂ ਗੁਰਤਾ ਗੱਦੀ ਦੇ ਉੱਪਰ ਸ਼ੁਭਾਇਮਾਨ ਹੋ ਜਾਂਦੇ ਆ। ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੇ ਕਾਰਜ ਰਹਿ ਗਏ ਸੀਗੇ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਯੋਗਦਾਨ ਪਾਇਆ? ਜਦੋਂ ਫਿਰ ਗੁਰਤਾ ਗੱਦੀ ਤੇ ਸ਼ੁਭਾਇਮਾਨ ਹੋਣ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਜੀ, ਬਾਬਾ ਪ੍ਰਿਥੀ ਚੰਦ ਜੀ ਨੇ ਬੜੀਆਂ ਅੜਚਣਾਂ ਪਾਈਆਂ ਜੀ। ਮਸੰਦ ਉਹਨਾਂ ਦੇ ਨਾਲ ਸੀ, ਕਿਉਂਕਿ ਪਹਿਲਾਂ ਵੀ ਪ੍ਰਬੰਧ ਚਲਾਉਂਦੇ ਸੀ। ਮਸੰਦਾਂ ਨੂੰ ਕਹਿ ਕੇ ਤੇ ਉਹਨਾਂ ਨੇ ਜਿਹੜਾ ਵਾ, ਜਦੋਂ ਕਿਸੇ ਨੇ ਸੰਗਤ ਨੇ ਕਾਰ ਭੇਟਾ ਲੈ ਕੇ ਆਉਣੀ ਉਦੋਂ ਤਾਂ ਆਪਣੇ ਦਰਬਾਰ 'ਚ ਰੱਖ ਲੈਣੀ, ਤੇ ਜਦੋਂ ਪ੍ਰਸ਼ਾਦਾ ਛਕਾਉਣ ਦੀ ਵਾਰੀ ਆਉਣੀ ਗੁਰੂ ਅਰਜਨ ਸਾਹਿਬ ਦੇ ਦਰਬਾਰ 'ਚ ਭੇਜ ਦੇਣਾ। ਇਤਿਹਾਸ ਕਹਿੰਦਾ ਵੀ ਸਹਿਜੇ ਸਹਿਜੇ ਕਰਦਿਆਂ ਕਰਦਿਆਂ ਜਿਹੜਾ ਨਾ ਉਹ ਅਨਾਜ ਵੀ ਖਤਮ ਹੋਣਾ ਸ਼ੁਰੂ ਹੋ ਗਿਆ, ਗੁਰੂ ਕਾ ਲੰਗਰ ਵੀ ਮਸਤਾਨਾ ਹੋਣ ਲੱਗ ਗਿਆ। ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਨੂੰ ਵੀ ਚਣੇ ਖਾ ਕੇ ਗੁਜ਼ਾਰਾ ਕਰਨਾ ਪਿਆ। ਪਰ ਸਤਿਗੁਰੂ ਰੱਬੀ ਹੁਕਮ ਦੇ ਵਿੱਚ ਸ਼ਾਂਤ ਚਿੱਤ ਬੈਠੇ ਰਹੇ। ਭਾਈ ਗੁਰਦਾਸ ਸਾਹਿਬ ਆਗਰੇ ਦੀ ਧਰਤੀ ਤੋਂ ਆਉਂਦੇ ਆ, ਉਹਨਾਂ ਆਣ ਕੇ ਦੇਖਿਆ ਵੀ ਜਿਹੜੇ ਲੰਗਰ ਦੇ ਵਿੱਚ ਰਸ ਅੰਮ੍ਰਿਤ ਖੀਰ ਘਿਆਲੀ, ਇੱਥੇ ਖੀਰਾਂ ਬਣਦੀਆਂ, ਜਿਹੜੇ ਲੰਗਰ ਦੇ ਵਿੱਚ ਵਧੀਆ ਤੋਂ ਵਧੀਆ ਪਦਾਰਥ ਬਣਦੇ ਸਿੱਖਾਂ ਵਾਸਤੇ, ਉਹ ਕੇਵਲ ਚਣਿਆਂ ਦੇ ਉੱਪਰ ਆ ਗਿਆ। ਉਹਨਾਂ ਫਿਰ ਪੁੱਛਿਆ ਵੀ ਕਾਰਨ ਕੀ ਹੈ? ਸਿੱਖਾਂ ਨੇ ਕਾਰਨ ਦੱਸਿਆ ਵੀ ਬਾਬਾ ਪ੍ਰਿਥੀ ਚੰਦ ਇੱਦਾਂ ਕੋਝੀਆਂ ਹਰਕਤਾਂ ਕਰ ਰਿਹਾ। ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਆਪਣੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਲਿਆ। ਅੰਮ੍ਰਿਤਸਰ ਸਾਹਿਬ ਤੋਂ ਬਾਹਰ ਜਿਹੜੇ ਰਸਤੇ ਆਉਂਦੇ ਸੀ ਉਹਨਾਂ ਰਸਤਿਆਂ ਦੇ ਉੱਪਰ ਜਾ ਕੇ ਬਾਬਾ ਬੁੱਢਾ ਸਾਹਿਬ ਨੇ ਚਾਦਰ ਵਿਛਾ ਦੇਣੀ ਵੀ ਜਿਹੜੀ ਭੇਟਾ ਲੈ ਕੇ ਆਇਓ ਮੇਰੀ ਚਾਦਰ 'ਚ ਪਾ ਦਿਓ, ਤੇ ਗੁਰੂ ਜਿਹੜਾ ਗੁਰੂ ਅਰਜਨ ਸਾਹਿਬ ਜੀ ਪ੍ਰਿਥੀ ਚੰਦ ਨਹੀਂ ਹੈ। ਸਿੱਖਾਂ ਨੇ ਸੱਤ ਕਰਕੇ ਮੰਨਿਆ, ਜੋ ਬਜ਼ੁਰਗ ਬਾਬਾ ਕਹੇਗਾ ਉਹ ਸੱਚ ਹੈ। ਫਿਰ ਇੱਦਾਂ ਕਰਕੇ ਸਹਿਜੇ ਸਹਿਜੇ ਉਹ ਕਾਰ ਭੇਟਾ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਆਉਣ ਲੱਗ ਗਈ। ਫਿਰ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸਰੋਵਰ ਤੇ ਬਣ ਚੁੱਕਾ ਸੀ, ਉਹਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਇਮਾਰਤ ਜਿਹੜੀ ਦਰਬਾਰ ਸਾਹਿਬ ਦੀ ਬਣਾਈ ਗਈ, ਉਹਦੇ 4 ਦਰਵਾਜ਼ੇ ਰੱਖੇ ਗਏ। ਫਿਰ 5 ਸਰੋਵਰ ਜਿਹੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਣੇ, ਸੰਤੋਖਸਰ ਬਣਿਆ, ਕੌਲਸਰ ਬਣਿਆ, ਵਿਵੇਕਸਰ ਬਣਿਆ, ਰਾਮਸਰ ਬਣਿਆ। ਸ਼੍ਰੀ ਅੰਮ੍ਰਿਤਸਰ ਪਹਿਲਾਂ ਬਣ ਚੁੱਕਾ ਸੀ। ਫਿਰ ਉਹ ਸਾਰੇ ਕਾਰਜ ਜਿਹੜੇ ਹੈ ਸ਼ਹਿਰ ਨੂੰ ਵਸਾਉਣ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੁਆਰਾ ਕੀਤੇ ਗਏ ਜੀ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰ ਰਹੇ ਨੇ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਅਜਨਾਲਾ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ। ਭਾਈ ਸਾਹਿਬ ਜੀ, ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਹਿਮ ਕਾਰਜ ਗੁਰਬਾਣੀ ਵਾਸਤੇ ਜਿਹੜਾ ਆ ਉਹ ਕੀ ਸੀਗਾ? ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਵੇਂ ਪਹਿਲੇ 4 ਗੁਰੂ ਸਾਹਿਬਾਨ ਨੇ ਗੁਰਬਾਣੀ ਉਚਾਰਨ ਕੀਤੀ ਸੀ, ਇੱਦਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਲੋਂ ਗੁਰਬਾਣੀ ਉਚਾਰਨ ਕੀਤੀ। 30 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਗਈ। ਫਿਰ ਲਮੇਰੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਗੁਰਬਾਣੀ, ਅੱਜ ਹਰ ਥਾਂ ਦੇ ਉੱਪਰ ਸੁਖਮਨੀ ਸਾਹਿਬ ਜੀ ਦਾ ਜਾਪ ਹੁੰਦਾ ਹੈ। ਸੁਸਾਇਟੀਆਂ ਬਣੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਮ ਦੇ ਉੱਪਰ, ਔਰ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਗੁਰਬਾਣੀ ਉਹਨਾਂ ਨੇ ਉਚਾਰਨ ਕੀਤੀ। ਫਿਰ ਜਦੋਂ ਵੀ ਇਹ ਦੇਸੀ ਮਹੀਨਿਆਂ ਦੇ ਵਿੱਚ ਪਹਿਲਾ ਦਿਨ ਹੁੰਦਾ ਜਿਹਨੂੰ ਸੰਗਰਾਂਦ ਵਾਲਾ ਕਹਿੰਦੇ, 12 ਮਹਾਮਾਸ ਜਿਹੜੀ ਪਵਿੱਤਰ ਗੁਰਬਾਣੀ ਪੜ੍ਹੀ ਜਾਂਦੀ ਹੈ। ਇੱਦਾਂ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਹੁਤ ਸਾਰੀਆਂ ਲਮੇਰੀਆਂ ਤੇ 30 ਰਾਗਾਂ ਦੇ ਵਿੱਚ ਗੁਰਬਾਣੀ ਜਿਹੜੀ ਉਹ ਉਚਾਰਨ ਕੀਤੀ। ਫਿਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਕੀਤੀ। ਸਮੁੱਚੀ ਗੁਰਬਾਣੀ ਨੂੰ ਇਕੱਤਰ ਕਰਕੇ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਖਾਰੀ ਲਾ ਕੇ ਉਹਨਾਂ ਨੇ ਸਾਰੀ ਗੁਰਬਾਣੀ ਨੂੰ ਲਿਖਿਆ, ਲਿਖਵਾਇਆ। ਫਿਰ ਉਹ ਬੀੜ ਤਿਆਰ ਕੀਤੀ ਗਈ, ਫਿਰ ਉਹਦੀ ਜਿਲਦਬੰਦੀ ਕਰਵਾਈ ਗਈ, ਫਿਰ ਉਹਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕੀਤਾ। ਇਹ ਗੁਰੂ ਅਰਜਨ ਸਾਹਿਬ ਜੀ ਦਾ ਸਭ ਤੋਂ ਵੱਡਾ ਮਨੁੱਖਤਾ ਦੇ ਉੱਪਰ ਪਾਰੋਪਕਾਰ ਹੈ ਕਿ ਉਹਨਾਂ ਨੇ ਬਾਣੀ ਨੂੰ ਸੰਪਾਦਿਤ ਕਰਕੇ ਗ੍ਰੰਥ ਦੇ ਰੂਪ ਵਿੱਚ ਇਹ ਮਾਨਵਤਾ ਦੇ ਸਾਹਮਣੇ ਲਿਆਂਦਾ, ਮਨੁੱਖਤਾ ਦੇ ਸਾਹਮਣੇ ਲਿਆਂਦਾ। ਔਰ ਉਸ ਪਵਿੱਤਰ ਗੁਰਬਾਣੀ ਨੂੰ ਕੋਈ ਵੀ ਪੜ੍ਹ ਸਕਦਾ ਹੈ। ਭਾਰਤ ਦੇ ਜਿਹੜੇ ਵੇਦ ਸ਼ਾਸਤਰ ਹੈ ਉਹਨਾਂ ਨੂੰ ਕੇਵਲ ਪੰਡਤ ਪੜ੍ਹ ਸਕਦਾ, ਦੂਜੇ ਨਹੀਂ ਪੜ੍ਹ ਸਕਦੇ। ਉਹਦਾ ਉਪਦੇਸ਼ ਵੀ ਜਿਹੜਾ ਉਹ ਪੰਡਤ ਵਾਸਤੇ ਹੈ ਜਾਂ ਫਿਰ ਖੱਤਰੀ ਵਾਸਤੇ ਹੈ। ਇੱਥੇ ਗੁਰੂ ਸਾਹਿਬ ਨੇ ਕਿਹਾ ਖੁਦ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ।
ਉਪਦੇਸ਼ ਵੀ ਚੌਵਾਂ ਵਰਨਾਂ ਨੂੰ ਹੈ ਤੇ ਹੈ ਵੀ ਸਾਂਝਾ ਹੈ, ਵੱਖਰਾ ਨਹੀਂ। ਉੱਥੇ ਵੱਖੋ ਵੱਖਰਾ ਹੈ ਜੀ। ਦਰਬਾਰ ਸਾਹਿਬ ਦੀ ਉਸਾਰੀ ਦੀ ਗੱਲ ਕਰੀਏ ਤੇ ਇੱਥੇ ਕੋਈ ਵੀ ਆ ਸਕਦਾ, ਕੋਈ ਕਿਸੇ ਵੀ ਮੰਦਿਰ ਦੇ ਵਿੱਚ ਕੋਈ ਮੁਸਲਮਾਨ ਵੀਰ ਨਹੀਂ ਜਾ ਸਕਦਾ, ਔਰ ਮੱਕੇ ਦੀ ਧਰਤੀ ਦੇ ਉੱਪਰ ਕੋਈ ਸਨਾਤਨੀ ਵੀਰ ਨਹੀਂ ਜਾ ਸਕਦਾ, ਗੈਰ ਮੁਸਲਮਾਨ ਨਹੀਂ ਜਾ ਸਕਦਾ। ਇੱਥੇ ਸਾਰਿਆਂ ਵਾਸਤੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਰੇ ਉਪਕਾਰ ਹੈ। ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ, ਸਾਰਿਆਂ ਦਾ ਆਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਤਿਆਰ ਕਰਨਾ, ਦੇਖੋ ਬੜੀ ਹੈਰਾਨੀ ਦੀ ਗੱਲ ਹੈ। ਜਿਹੜੇ ਬਾਬਾ ਕਬੀਰ ਸਾਹਿਬ, ਰਵਿਦਾਸ ਜੀ, ਨਾਮਦੇਵ ਵਰਗਿਆਂ ਨੂੰ ਮੰਦਿਰਾਂ ਤੋਂ ਧੱਕੇ ਮਾਰ ਕੇ ਬਾਹਰ ਕੱਢਤਾ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰਬਾਣੀ ਵਿੱਚ ਜਗ੍ਹਾ ਦੇ ਕੇ ਹਰਿਮੰਦਰ ਸਾਹਿਬ ਦੇ ਵਿੱਚ ਲਿਆ ਕੇ ਬਿਰਾਜਮਾਨ ਕਰਕੇ ਜੁਗੋ ਜੁਗ ਅਟੱਲ ਕਰਤਾ ਤੇ ਸਦੀਵੀ ਕਾਲ ਵਾਸਤੇ ਮਾਨਵਤਾ ਦੇ ਸਾਹਮਣੇ ਲਿਆਂਦਾ। ਇਹ ਪਾਰੇ ਉਪਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੇ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਕਿ ਉਹਨਾਂ ਵੱਲੋਂ ਕਈ ਨਗਰ ਵੀ ਵਸਾਏ ਗਏ। ਮੈਂ ਚਾਹੂੰਗਾ ਕਿ ਸੰਗਤਾਂ ਦੇ ਨਾਲ ਇਸ ਬਾਬਤ ਵੀ ਸਾਂਝ ਜਿਹੜੀ ਆ ਉਹ ਪਾਓ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਗਰਾਂ ਦੀ ਉਸਾਰੀ ਜਿਹੜੀ ਕਰਵਾਈ, ਜਿੱਥੇ ਜਿੱਥੇ ਸਤਿਗੁਰੂ ਨੂੰ ਲੱਗਿਆ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਇੱਥੇ ਕੇਂਦਰੀ ਸਥਾਨ ਬਣਾਉਣ ਦੀ ਲੋੜ ਹੈ, ਉੱਥੇ ਉੱਥੇ ਮਹਾਰਾਜ ਨੇ ਉਹ ਕਾਰਜ ਜਿਹੜੇ ਕਰਵਾਏ। ਜਿਵੇਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਬਣ ਚੁੱਕਾ ਸੀ, ਲੇਕਿਨ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਥੋੜ੍ਹੀ ਦੂਰੀ ਦੇ ਉੱਪਰ ਇੱਕ ਸਖੀ ਸਰਵਰਾਂ ਦੀ ਜਗ੍ਹਾ ਸੀ, ਜਿੱਥੇ ਲੋਕ ਸਖੀ ਸਰਵਰਾਂ ਨੂੰ ਮੰਨਣ ਵਾਲੇ ਅੱਜ ਵੀ ਲੋਕ ਖੀਰਾਂ ਤੇ ਦੁੱਧ ਲੈ ਕੇ ਉੱਥੇ ਜਾਂਦੇ। ਮਹਾਰਾਜ ਨੇ ਦੇਖਿਆ ਵੀ ਇੱਥੇ ਜਿਹੜੇ ਲੋਕ ਭਰਮਾਂ ਤੇ ਪਖੰਡਾਂ 'ਚ ਪਏ ਆ, ਇਹਦੇ ਵਾਸਤੇ ਇੱਥੇ ਇੱਕ ਲਾਗੇ ਨਗਰ ਵਸਾਇਆ ਜਾਏ ਜਿਹਦੇ ਕਰਕੇ ਸਿੱਖੀ ਦਾ ਪ੍ਰਚਾਰ ਹੋਵੇ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਤਰਨ ਤਾਰਨ ਸਾਹਿਬ ਨਗਰ ਦੀ ਨੀਂਹ ਰੱਖੀ, ਤਰਨ ਤਾਰਨ ਸਾਹਿਬ ਦਾ ਨਵਾਂ ਨਗਰ ਵਸਾਇਆ, ਔਰ ਜਿੰਨੇ ਗੁਰਦੁਆਰੇ ਸਾਹਿਬਾਨ ਉਹਨਾਂ ਸਾਰਿਆਂ ਤੋਂ ਵੱਡਾ ਸਰੋਵਰ ਜਿਹੜਾ ਉਹ ਤਰਨ ਤਾਰਨ ਸਾਹਿਬ ਦਾ ਸਰੋਵਰ ਹੈ। ਫਿਰ ਤਰਨ ਤਾਰਨ ਸਾਹਿਬ ਜਿਹੜਾ ਉਹ ਨਵਾਂ ਨਗਰ ਵਸਾਇਆ ਗਿਆ। ਉਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਜਲੰਧਰ ਦੇ ਨੇੜੇ ਜਿਹੜਾ ਨਗਰ ਹੈ, ਇੱਕ ਕਰਤਾਰਪੁਰ ਸਾਹਿਬ ਉਹ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ, ਪਾਕਿਸਤਾਨ ਵਿੱਚ ਰਹਿ ਗਿਆ। ਇੱਕ ਕਰਤਾਰਪੁਰ ਸਾਹਿਬ ਜਿਹੜਾ ਵਾ ਉਹ ਜਲੰਧਰ ਦੇ ਨੇੜੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਦੇਣ ਹੈ। ਇੱਦਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ 6 ਹਰਟਾਂ ਵਾਲਾ ਖੂਹ ਲਵਾਇਆ ਇੱਥੇ ਆਪਣੇ ਨੇੜੇ ਛਾਟਾ ਸਾਹਿਬ, ਠੀਕ ਹੈ। ਇਹ ਮਤਲਬ ਇਵੇਂ ਕਰਕੇ ਸਤਿਗੁਰੂ ਨੇ ਜਿੱਥੇ ਨਗਰ ਵਸਾਏ, ਖੂਹ ਲਵਾਏ, ਪਰਉਪਕਾਰ ਦਾ ਹਰ ਕਾਰਜ। ਜਦੋਂ ਕਾਲ ਪੈ ਗਿਆ ਲਾਹੌਰ ਦੇ ਵਿੱਚ, ਆਪ ਗੁਰੂ ਅਰਜਨ ਸਾਹਿਬ ਜਾ ਕੇ 8 ਮਹੀਨੇ ਲਾਹੌਰ ਦੇ ਵਿੱਚ ਰਹੇ, ਆਪਣੇ ਹੱਥੀਂ ਜਿਹੜੀ ਸੇਵਾ ਕੀਤੀ। ਮੁਰਦੇ ਜਿਹੜੇ ਗਲੀਆਂ 'ਚ ਰੁਲਦੇ ਫਿਰਦੇ ਸੀ ਉਹਨਾਂ ਨੂੰ, ਜੇ ਮੁਸਲਮਾਨ ਸੀ ਉਹਨੂੰ ਦਫਨਾਇਆ ਗਿਆ, ਜੇ ਕੋਈ ਹਿੰਦੂ ਸੀ ਉਹਦਾ ਸੰਸਕਾਰ ਕੀਤਾ ਗਿਆ, ਲੰਗਰ ਲਾਏ, ਦਵਾਈ ਦਾ ਪ੍ਰਬੰਧ ਕੀਤਾ। ਉਹ ਸਾਰੇ ਕਾਰਜ ਜਿਹੜੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੇ। ਫਿਰ ਇੱਥੋਂ ਤੱਕ ਕਿ ਉਹ ਕਾਰਜ ਕਰਨ ਵਿੱਚ ਸਮੇਂ ਦੀ ਸਰਕਾਰ ਫੇਲ ਹੋ ਗਈ। ਅਕਬਰ ਜਿਹੜਾ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਇਆ, ਕਹਿੰਦਾ ਜੋ ਅਸੀਂ ਨਹੀਂ ਕਰ ਸਕੇ ਉਹ ਤੁਸੀਂ ਕੀਤਾ, ਦੱਸੋ ਕੀ ਦਈਏ ਤੁਹਾਨੂੰ, ਜਗੀਰ ਦੇ ਦਈਏ? ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ, ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ ਤੇ ਇੱਦਾਂ ਕਰੋ ਵੀ ਕਾਲ ਪੈਣ ਕਰਕੇ ਲੋਕਾਂ ਨੂੰ ਜਿਹੜਾ ਵਾ ਉਹ ਖਾਣ ਵਾਸਤੇ ਦਾਣਾ ਨਹੀਂ ਲੱਭਦਾ ਪਿਆ, ਤੁਸੀਂ ਇਹਨਾਂ ਦਾ ਟੈਕਸ ਮਾਫ ਕਰ ਦਿਓ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕਹਿਣ ਦੇ ਉੱਪਰ ਅਕਬਰ ਬਾਦਸ਼ਾਹ ਨੇ ਪੰਜਾਬ ਦੇ ਕਿਸਾਨਾਂ ਦਾ ਟੈਕਸ ਜੋ ਸੀ ਉਹ ਮਾਫ ਕੀਤਾ। ਇਹ ਪਰਉਪਕਾਰ ਗੁਰੂ ਅਰਜਨ ਸਾਹਿਬ ਜੀ ਦੇ ਸੀ, ਤਾਂ ਹੀ ਇੰਨੀ ਸਿੱਖੀ ਜਿਹੜੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਵੇੜੀ ਵੱਡੇ ਪੱਧਰ ਤੇ ਫੈਲਦੀ ਹੈ। ਰੋਗੀਆਂ ਦੇ ਵਾਸਤੇ ਵੀ ਅਹਿਮ ਕਾਰਜ ਜਿਹੜੇ ਆ ਉਹ ਗੁਰੂ ਸਾਹਿਬ ਨੇ ਕੀਤੇ, ਉਹ ਕਿਹੜੇ ਕਾਰਜ ਸਨ? ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਮਨੁੱਖ ਦੀ ਲੋੜ ਹੈ ਲੋੜ ਹੈ। ਅੱਜ ਵੀ ਆਪਾਂ ਕਹਿੰਦੇ ਕਿ ਐਜੂਕੇਸ਼ਨ ਹੋਣੀ ਚਾਹੀਦੀ ਹੈ ਤੇ ਹੈਲਥ, ਠੀਕ ਹੈ। ਇਹ ਮਨੁੱਖ ਜਿਹੜਾ ਹੈ ਰੋਗੀ ਹੈ, ਜੇ ਮਾਨਸਿਕ ਤੌਰ 'ਤੇ ਰੋਗੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਦਿੱਤੀ। ਜਿਹੜਾ ਸਰੀਰਕ ਤੌਰ 'ਤੇ ਰੋਗੀ ਉਹਦੇ ਵਾਸਤੇ ਦਵਾਈ ਦੀ ਲੋੜ ਹੈ। ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਵੀ ਲਾਲੋ ਨਾਮ ਦਾ ਇੱਕ ਵੈਦ ਰਹਿੰਦਾ ਸੀ। ਅੱਜ ਵੀ ਗੁਰੂ ਘਰਾਂ ਦੇ ਨਾਲ ਡਿਸਪੈਂਸਰੀਆਂ, ਕਿਉਂਕਿ ਗੁਰੂ ਸਾਹਿਬ ਦੇ ਸਮੇਂ ਤੋਂ ਚੱਲਿਆ ਹੁੰਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੀ ਤੁਰੇ ਜਾ ਰਹੇ ਸੀ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਜਾ ਰਹੇ ਸੀ ਤੇ ਰੌਲਾ ਪੈਣ ਦੀ ਆਵਾਜ਼ ਆਈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੇਖੋ ਵੀ ਕੀ ਹੋ ਗਿਆ। ਉਹ ਕਹਿੰਦੇ ਵੀ ਇੱਕ ਚੌਧਰੀ ਹੈ, ਉਹਨੂੰ ਉਹਦੇ ਪੁੱਤਰਾਂ ਨੇ ਚੁੱਕਿਆ ਤੇ ਉਹਨੂੰ ਬਿਆਸ ਦਰਿਆ ਦੇ ਵਿੱਚ ਸੁੱਟਣ ਲੱਗੇ। ਅੱਛਾ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਵੀ ਸੁੱਟਣ ਕਿਉਂ ਲੱਗੇ? ਕਹਿੰਦੇ ਜੀ ਕੋਹੜ ਦਾ ਮਰੀਜ਼ ਹੈ ਤੇ ਹੁਣ ਕਿੰਨੀ ਕੁ ਵਾਰ ਉਹਨੂੰ ਸਾਂਭਿਆ ਜਾਏ, ਉਹਨੂੰ ਕਿੰਨੀ ਕੁ ਵਾਰ ਬਾਰ-ਬਾਰ ਸਰੀਰ ਤੋਂ ਪਾਕ ਵਗਦੀ ਹੈ, ਕੱਪੜੇ ਬਦਲੇ ਜਾਂਦੇ, ਉਹਨੂੰ ਉਹਦੀ ਮਰਜ਼ੀ ਦੇ ਨਾਲ ਬਿਆਸ ਦਰਿਆ ਦੇ ਵਿੱਚ ਸੁੱਟਣ ਵਾਸਤੇ ਆਏ। ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ। ਉਸੇ ਵੇਲੇ ਵਾਪਸ ਆ ਕੇ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਪਰ ਉਹਨਾਂ ਨੇ ਕੋਹੜਖਾਨਾ ਬਣਾਇਆ। ਜਿੰਨੇ ਵੀ ਕੋਹੜੀ ਸਨ ਸਰੀਰਕ ਤੌਰ ਦੇ ਉੱਪਰ ਉਹਨਾਂ ਨੂੰ ਉੱਥੇ ਇਕੱਤਰ ਕਰਕੇ ਦਵਾ ਦਾਰੂ ਦਾ ਪ੍ਰਬੰਧ ਕੀਤਾ ਗਿਆ। ਕਹਿੰਦੇ ਵੀ ਕੋਈ ਸਿੱਖ ਰਸਾਇਣ ਵੀ ਐਸਾ ਲੈ ਕੇ ਆਇਆ ਵੀ ਇਹ ਕੋਹੜ ਦੇ ਮਰੀਜ਼ਾਂ ਵਾਸਤੇ ਬੜਾ ਚੰਗਾ ਹੈ ਔਰ ਇਹਦੇ ਨਾਲ ਇਲਾਜ ਹੋ ਸਕਦਾ ਹੈ। ਗੁਰੂ ਸਾਹਿਬ ਜੀ ਨੇ ਉਹ ਸਾਰਾ ਜਿਹੜਾ ਰਸਾਇਣ ਸੀ
ਉਹ ਤਰਨਤਾਰਨ ਸਾਹਿਬ ਸਰੋਵਰ ਦੇ ਵਿੱਚ ਸੁੱਟਤਾ, ਕਹਿਣ ਲੱਗਿਆ ਆਓ ਕਰੋ ਇਸ਼ਨਾਨ, ਠੀਕ ਹੋ ਤੁਸੀਂ। ਤੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਵੇਂ ਰੋਗੀ ਜਿਹੜੇ ਸਨ ਉਹਨਾਂ ਦੇ ਵਾਸਤੇ ਵੀ ਖਾਸ ਪ੍ਰਬੰਧ ਕਰਕੇ ਉਹਨਾਂ ਨੂੰ ਠੀਕ ਕਰਨ ਵਾਸਤੇ ਅਹਿਮ ਯਤਨ ਜਿਹੜੇ ਉਹ ਕੀਤੇ ਹੈ। ਜੀ ਬਿਲਕੁਲ ਸੰਗਤ ਜੀ, ਤੁਸੀਂ ਸੁਣਿਆ ਕਿ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰਉਪਕਾਰ ਕੀਤੇ, ਉਹਨਾਂ ਦੇ ਸਮੁੱਚੇ ਜੀਵਨ ਦੀ ਗਾਥਾ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਅਜਨਾਲਾ ਹੋਰਾਂ ਨੇ। ਸੋ ਆਓ ਅਸੀਂ ਵੀ ਜਿਹੜਾ ਆ ਉਹ ਪਰਉਪਕਾਰੀ ਬਣੀਏ, ਆਪਣੇ ਆਸ-ਪਾਸ ਝਾਤ ਮਾਰਿਆ ਕਰੀਏ ਕਿ ਕੋਈ ਭੁੱਖਾ ਤਾਂ ਨਹੀਂ, ਕੋਈ ਰੋਗੀ ਤਾਂ ਨਹੀਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਸੇਵਾ ਜਿਹੜੀ ਆ ਉਹ ਜ਼ਰੂਰ ਕਰੀਏ, ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਇਹ ਸਿਖਾਇਆ ਆ ਕਿ ਅਸੀਂ ਹਮੇਸ਼ਾ ਹੀ ਜਿਹੜਾ ਆ ਉਹ ਆਪਣੀ ਕਿਰਤ ਜਿਹੜੀ ਆ ਉਸ ਨੂੰ ਵੀ ਵੰਡ ਕੇ ਛਕਣਾ ਆ, ਅਤੇ ਕਿਸੇ ਵੀ ਗਰੀਬ ਦੀ, ਕਿਸੇ ਵੀ ਲੋੜਵੰਦ ਦੀ, ਕਿਸੇ ਵੀ ਰੋਗੀ ਦੀ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਮਦਦ ਜਿਹੜੀ ਆ ਉਹ ਜ਼ਰੂਰ ਕਰਨੀ ਆ। ਸੋ ਇਹੀ ਸਿੱਖ ਦਾ ਜੀਵਨ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਈ ਸਾਹਿਬ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਮੁੱਚਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਜਿਹੜਾ ਆ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ। ਇਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਅਤੇ ਅੱਜ ਦੇ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ ਕਿ ਇਸ ਨੂੰ ਅਸੀਂ ਅੱਗੇ ਲੈ ਕੇ ਜਾਈਏ। ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ। ਭਾਈ ਸਾਹਿਬ ਦਾ ਧੰਨਵਾਦ ਅਤੇ ਬੁਲਾਉਂਦੇ ਹਾਂ ਸਾਂਝੇ ਰੂਪ ਦੇ ਵਿੱਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।